कवन सो वेला वक्त कवन, कवन थित कवन वार, कवन सोते मा कवन जित हुआ आकार। वेल ना पाया पंडिती जय हुए लेख प्राण, वक्त ना पाया कादियों जय लिखन लेख कुरान। थिति वार ना जोगी जाने, रुत मा ना कोई, जा करता सृष्टि को साजे, आपे जाने सोई। किव कर आखा किव सलाई, क्यों वरनी किव जाना। नानक आखन सबको आखे, एक दो एक सियाणा। वड्डा साहिब वड्डी नाई, कीता जाका होवे, नानक जे को आपे जाने, अगे गया ना सोए। वो केड़ा वेला सी, केड़ा सी वकत, केड़ी थिति ते केड़ा वार सी। वो रुत केड़ी सी, महीना केड़ा सी, जिस वेले निरंकार ते निरंकार ने यह आकार, निरंकार दा यह आकार रचा गया सी। ना वो वेला पंडित लभ सके ਹਨ ਪ੍ਰਾਣਾ ਵਿੱਚੋਂ, ਪਰ ਭੁਲੇਖਾ ਇਸ ਗੱਲ ਦਾ ਹੈ ਜੇ ਹੋਵੇ ਤਾਂ ਲੱਭ ਸਕਣ। ਵਕਤ ਨਹੀਂ ਲੱਭਾ ਕਾਜੀਆਂ, ਜੇ ਲੱਭਾ ਤਾਂ ਕੋਈ ਕੁਰਾਨ ਸ਼ਰੀਫ ਵਿੱਚੋਂ, ਕੁਰਾਨ ਸ਼ਰੀਫ ਵਿੱਚੋਂ ਮੁਸਤਾਨਦ ਲੇਖ ਲਿਖਣ, ਭਾਵ ਲਿਖ ਦਿਖਲਾਉਣ, ਲਿਖ ਕੇ ਦਿਖਾ ਦੇਣ ਤੇ ਉੱਥੇ ਤਵਾਰ ਜੋਗੀ ਵੀ ਜੋਗ ਧਿਆਨ ਲਗਾ ਕੇ ਨਹੀਂ ਦੱਸ ਸਕੇ। ਉਹ ਰੁੱਤ ਤੇ ਮਹੀਨਾ ਕੋਈ ਵੀ ਨਹੀਂ ਲੱਭ ਸਕਿਆ ਜਦੋਂ ਕਰਤਾਰ ਸ੍ਰਿਸ਼ਟੀ ਨੂੰ, ਕਰਤਾਰ ਨੇ ਸ੍ਰਿਸ਼ਟੀ ਨੂੰ ਸਾਜਿਆ ਸੀ। ਉਹਨੂੰ ਉਹ ਆਪ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ। तो गुरु नानक साहब कहते हैं, गुरु नानक साहब फरमा रहे हैं, जद आपे नूं ते अपने करनिਆਂ ਨੂੰ ਕਰਤਾ ਕਰਤਾਰ ਆਪ ਹੀ ਜਾਣਦਾ ਹੈ ਤੇ ਮੈਂ ਉਸਦੇ ਕਰਨਿਆਂ ਨੂੰ ਕਿਵੇਂ ਅਤੇ ਕੀ ਕਹਾਂ, ਕਿਵੇਂ ਤੇ ਕੀ ਕਹਾਂ, ਇਸ ਕਰਤੇ ਦੀ ਸਿਫਤ ਸਲਾਹ ਕਿਵੇਂ ਕਰਾਂ। ਇਹ ਸਾਰਾ ਕੁਝ ਕਹਿਣ ਲਈ ਇਸ ਨੂੰ ਕਿਵੇਂ ਜਾਣ ਸਕਾਂ। ਉਵੇਂ ਕਹਿਣ ਨੂੰ ਤਾਂ ਹਰ ਕੋਈ ਕਹਿੰਦਾ ਪਿਆ ਹੈ ਤੇ ਇੱਕ ਤੋਂ ਵੱਧ ਇੱਕ ਸਿਆਣਾ ਬਣ ਕੇ ਬਹਿੰਦਾ ਹੈ, ਪਰੰਤੂ ਇਹ ਸਾਹਿਬ ਜਿਸ ਦਾ ਕੀਤਾ ਪਿਆ ਹੁੰਦਾ ਹੈ ਸਭ ਤੋਂ ਵੱਡਾ ਹੈ। ਇਹ ਸਾਹਿਬ ਜਿਸ ਦਾ ਕੀਤਾ ਪਿਆ ਹੁੰਦਾ ਹੈ ਸਭ ਤੋਂ ਵੱਡਾ ਹੈ। ਇਸ ਦੇ ਵੱਡੇ ਹੋਣ ਕਰਕੇ ਇਸ ਦੀ ਵਡਿਆਈ ਵੀ ਬਹੁਤ ਵੱਡੀ ਹੈ। ਜੇਕਰ ਕੋਈ ਆਪਣੇ ਆਪ ਨੂੰ ਵੱਡਾ ਜਾਂ ਜਾਣਨਹਾਰ ਸਮਝਦਾ ਹੈ ਤਾਂ ਉਹ ਅੱਗੇ ਜਾ ਕੇ ਸੋਭਾ ਨਹੀਂ ਪਾਏਗਾ, ਕਿਉਂਕਿ ਇਹ ਜੋ ਕੁਝ ਕਹੇਗਾ ਹਉਮੈ ਵਿੱਚ ਆ ਕੇ ਕਹਿ ਬੈਠੇਗਾ। ਇਹ ਨਾਨਕ ਤੂੰ ਸਿਫਤ ਸਲਾਹ ਵਿੱਚ ਕਹਿ ਕਿ ਇਹ ਵੱਡਾ ਹੈ, ਇਹ ਕੁਲ ਮਾਲਕ ਸਾਈਂ ਵੱਡਾ ਹੈ, ਇਹ ਸਭ ਸਰੂਪ ਪ੍ਰਮਾਤਮਾ ਓਮਕਾਰ ਵੱਡਾ ਹੈ, ਵੱਡੇ ਦੀ ਵਡਿਆਈ ਹੈ ਅਤੇ ਇਹ ਵੱਡਾ ਜੋ ਕੁਝ ਕਰਦਾ ਹੈ ਉਹ ਕੁਝ ਹੁੰਦਾ ਹੈ। ਇਸ ਪੌੜੀ ਵਿੱਚ ਦੱਸਿਆ ਹੈ ਕਿ ਦ੍ਰਿਸ਼ਟਮਾਨ ਰਚਨਾ ਦੇ ਰਚੇ ਜਾਣ ਸਮੇਂ ਤਿਥੀ ਵਾਰ ਦਾ ਕਿਸੇ ਨੂੰ ਪਤਾ ਨਹੀਂ ਔਰ ਨਾ ਹੀ ਅਸਾਂ ਦੇ ਪਤੇ ਲਗਾਉਣੇ ਹਨ। ਅਸੀਂ ਉਸ ਦੀ ਸਿਫਤ ਸਲਾਹ ਕਰਨੀ ਹੈ, ਕੇਵਲ ਔਰ ਕੇਵਲ ਸਿਫਤ ਸਲਾਹ ਕਰਨੀ ਹੈ। ਅਸੀਂ ਪਤੇ ਲਾ ਕੇ ਕੀ ਕਰਨੇ ਹਨ। ਹੁਣ ਦੱਸਦੇ ਹਨ ਕਿ ਦ੍ਰਿਸ਼ਟਮਾਨ ਦੇ ਵਿਸਤਾਰ ਦਾ ਵੀ ਕੋਈ ਅੰਤ ਨਹੀਂ। ਇਸ ਦੇ ਹਿਸਾਬ ਵਿੱਚ ਵੇਦ ਵੀ ਫੇਲ ਹਨ ਔਰ ਇੱਕੋ ਗੱਲ ਆਖੀ ਜਾਂਦੇ ਹਨ ਕਿ ਨਿਤ ਹੀ ਨਿਤ, ਭਾਵ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਇਹਨਾਂ ਵਿੱਚ ਭਾਲ ਕਰਦਿਆਂ ਉੜਕ ਅੰਤ ਦਾ ਪਤਾ ਨਹੀਂ ਚੱਲਦਾ। ਇਸ ਤਰ੍ਹਾਂ ਪ੍ਰਾਣ, ਸ਼ਾਸਤਰ, ਕਿਤਾਬਾਂ, ਕੁਰਾਨ ਵੀ ਇਹੋ ਨਤੀਜੇ ਤੇ ਪਹੁੰਚੇ ਹਨ। ਲੇਖਾ ਲਾਉਣਾ ਅੰਤ ਵਾਲੀ ਗੱਲ ਹੈ, ਪਰ ਉਹ ਜਿਸ ਦਾ ਲੇਖਾ ਲਾਉਣਾ ਹੈ, ਪਰ ਇਹ ਜਿਸ ਦਾ ਲੇਖਾ ਲਾਉਣਾ ਹੈ ਇਹ ਅਨੰਤ ਹੈ, ਬੇਅੰਤ ਹੈ, ਅਥਾਹ ਹੈ, ਅਸੀਮ ਹੈ। ਇਸ ਅੰਤ ਵਾਲੇ ਦੇ ਹਿਸਾਬ ਅਨੰਤ ਤੇ ਹਾਵੀ ਨਹੀਂ ਹੋ ਸਕਦੇ। ਪਾਤਾਲਾ ਪਾਤਾਲ, ਲੱਖ ਆਗਾਸਾਂ ਆਗਾਸ, ਉੜਕ ਉੜਕ ਭਾਲ ਥਕੇ। ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਿਤਾਬਾਂ, ਅਸੂਲ ਇੱਕ ਧਾਤ। ਲਿਖਾ ਹੋਏ ਤਾਂ ਲਿਖਿਆ, ਲਿਖੇ ਹੋਏ ਵਿਨਾਸ਼। ਨਾਨਕ ਵੱਡਾ ਆਖਿਆ ਆਪੇ ਜਾਣੇ ਆਪ। ਅਗਲਾ ਤੇਵੀਂ ਪੌੜੀ ਵੀ ਦਾਸ ਨਾਲ ਬੋਲ ਜਾਂਦਾ, ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਐ, ਨਦੀਆ ਅਤੇ ਵਾਹ ਤਵੈ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ, ਕੀੜੀ ਤੁਲੀ ਨਾ ਉਨੀ,
ਜੇ ਤਿਸ ਮਨੋਂ ਨਾ ਵਿਸਰੈ। ਹੇਠਾਂ ਪਤਾਲਾਂ ਤੋਂ ਪਰੇ ਹੋਰ ਪਤਾਲ ਹਨ, ਉੱਪਰ ਆਕਾਸ਼ਾਂ ਤੋਂ ਪਰੇ ਆਕਾਸ਼ ਹਨ, ਔਰ ਇਹ ਲੱਖਾਂ ਦੀ ਗਿਣਤੀ ਵਿੱਚ ਅਣਗਿਣਤ ਹਨ। ਸੋ ਅੰਤ ਦੀ ਭਾਲ ਕਰਦੇ ਕਰਦੇ ਉਨ੍ਹਾਂ ਨੂੰ ਸਭ ਥੱਕ ਗਏ। ਤਦ ਵੇਦਾਂ ਨੇ ਇੱਕ ਗੱਲ ਆਖੀ, ਜੋ ਚੌਥੇ ਸਤਰ ਵਿੱਚ ਹੈ, ਹਜ਼ਾਰਾਂ ਰਿਖੀ ਮੁਨੀ ਉਲਮਾਵ 18 ਪੁਰਾਣ ਤੇ 4 ਕਿਤਾਬਾਂ ਦੀ ਬਿਲਕੁਲ ਇੱਕੋ ਗੱਲ ਕਹਿੰਦੀਆਂ ਹਨ ਕਿ ਕਰਨਹਾਰ ਜੋ ਸਾਰੀ ਕੀਤੀ ਹੋਈ ਹੈ, ਕਰਨਹਾਰ ਜੋ ਸਾਰੀ ਕੀਤੀ ਹੋਈ ਹੈ ਉਸ ਨਾਲ ਬਹੁਤ ਹੀ ਵੱਡਾ ਹੈ। ਇਹ ਆਪ ਨੂੰ ਅਤੇ ਆਪਣੀ ਕੀਤੀ ਹੋਈ ਆਪ ਹੀ ਜਾਣਦਾ ਹੈ। ਇਹ ਆਪਣੇ ਆਪ ਨੂੰ ਅਤੇ ਇਸ ਦੀ ਕੀਤੀ ਹੋਈ ਨੂੰ ਆਪ ਹੀ ਜਾਣਦਾ ਹੈ। ਇਸ ਕਰਕੇ ਇਸ ਨੂੰ ਵੱਡਾ ਕਹੋ, ਇਸੇ ਕੁਲ ਮਾਲਕ ਸਾਈਂ ਨੂੰ ਵੱਡਾ ਕਹੋ, ਭਾਵ ਇਸ ਦੀ ਸਿਫਤ ਸਲਾਹ ਕਰੋ, ਇਸ ਦੇ ਤੇ ਇਸ ਦੇ ਕਰਨਿਆਂ ਦੇ ਲੇਖੇ ਜੋਖੇ ਨੂੰ ਨਾ ਕਰੋ। ਇਸ ਕਰਕੇ ਸਲਾਹਣ ਵਾਲਿਆਂ ਨੇ, ਇਸ ਦੇ ਪ੍ਰੇਮੀਆਂ ਨੇ ਇਸ ਪਰਮ ਪੁਰਖ ਨੂੰ ਸਲਾਹਿਆ ਹੈ, ਪਰ ਉਹਨਾਂ ਨੇ ਅੰਤ ਦੀ ਗਿਆਤ ਨਹੀਂ ਪਾਈ, ਅੰਤ ਨਹੀਂ ਜਾਣਿਆ ਕਿ ਸਾਈਂ ਕਿਵੇਂ ਹੈ। ਜਿਵੇਂ ਨਦੀਆਂ ਦੇ ਵਹਾਅ ਸਮੁੰਦਰ ਵਿੱਚ ਜਾ ਪੈਂਦੇ ਹਨ, ਫਿਰ ਵੱਖਰੇ ਨਹੀਂ ਜਾਣੇ ਜਾਂਦੇ, ਭਾਵ ਸਮੁੰਦਰ ਦਾ ਰੂਪ ਹੋ ਜਾਂਦੇ ਹਨ, ਤਿਵੇਂ ਸਲਾਹਤ ਕਰਨ ਵਾਲੇ ਸਲਾਹਤ ਕਰਦੇ ਕਰਦੇ ਇਸ ਨੂੰ ਪ੍ਰਾਪਤ ਹੋ ਕੇ ਇਸ ਦਾ ਰੂਪ ਹੋ ਜਾਂਦੇ ਹਨ। ਉਹ ਵੱਖਰੇ ਨਹੀਂ ਜਾਣੇ ਜਾਂਦੇ ਅਤੇ ਨਾ ਹੀ ਉਹ ਵੱਖਰੇ ਹੋਣਾ ਚਾਹੁੰਦੇ ਹਨ। ਹੀ ਸਾਹਾਂ ਦੇ ਸਾਹ ਸਹਿਨਸ਼ਾਹ ਵਾਹਿਗੁਰੂ, ਮੈਂ ਤੈਨੂੰ ਸਮੁੰਦਰ ਨਾਲ ਉਪਮਾ ਕੀਤੀ ਹੈ, ਪਰ ਸਾਰੇ ਸਮੁੰਦਰ ਜਿਨ੍ਹਾਂ ਵਿੱਚ ਪਹਾੜ ਮਾਲ ਸਰੀਕੇ ਧਨ ਪਏ ਹਨ, ਉਸ ਕੀੜੀ ਦੇ ਬਰਾਬਰੀ ਨਹੀਂ ਕਰ ਸਕਦੇ ਜਿੰਨੀ ਦੇਰ ਤੂੰ ਮਨ ਵਿੱਚੋਂ ਨਾ ਵਿਸਰੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਅਕਾਲ ਪੁਰਖ ਦੀ ਸਮੁੰਦਰ ਨਾਲ ਉਪਮਾ ਕੀਤੀ ਹੈ, ਫਿਰ ਵੀ ਇਸ ਨੂੰ ਪੂਰੀ ਢੁਕਵੀਂ ਉਪਮਾ ਨਾ ਸਮਝ ਕੇ ਸਮੁੰਦਰ ਨੂੰ ਉਸ ਕਿਣਕੇ ਤੋਂ ਵੀ ਛੋਟਾ ਦੱਸਿਆ ਹੈ, ਜੋ ਕਿਣਕਾ ਇੱਕ ਨਿੱਕੀ ਜਿਹੀ ਕੀੜੀ ਦੇ ਛੋਟੇ ਜਿਹੇ ਮਨ ਵਿੱਚ ਵਸ ਸਕਦਾ ਸੀ। ਕੀੜੀ ਕਿੰਨੀ ਨਿੱਕੀ ਜਿਹੀ ਅੰਸ਼ ਹੁੰਦੀ ਹੈ, ਕੀੜੀ ਦੇ ਨਿੱਕੇ ਜਿਹੇ ਮਨ ਵਿੱਚ ਵਸਦੀ ਹੈ, ਕਿੰਨੀ ਮਹੱਤਤਾ ਰੱਖਦੀ ਹੈ ਕਿ ਸਾਰੇ ਸਮੁੰਦਰ ਆਪਣੇ ਮਾਲ ਧਨ ਸਮੇਤ ਉਸ ਅੱਗੇ ਤੁੱਛ ਹਨ। ਇਸ ਕਿਣਕਾ ਇੱਕ ਜਿਸ ਜੀਆ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਜਾਵੇ। ਕਿਨਕਾ ਇੱਕ ਜਿਸ ਜੀਆ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਜਾਵੇ। तो ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੌੜੀ ਨੰਬਰ 24 ਦੇ ਵਿੱਚ ਫਰਮਾ ਰਹੇ ਨੇ ਕਿ ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ, ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ। तो ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਵਿੱਚ ਇਸ ਕਰਤਾ ਕਰਤਾਰ ਇੱਕ ਓੰਕਾਰ
ਨਿਰਾਕਾਰ ਨਿਰੰਕਾਰ ਦੀਆਂ ਸਿਫਤਾਂ ਦਾ ਦੱਸ ਰਹੇ ਹਨ ਕਿ ਕੋਈ ਅੰਤ ਨਹੀਂ ਹੈ। ਨਾ ਹੀ ਇਹਨਾਂ ਸਿਫਤਾਂ ਦੇ ਕਹਿਣ ਦਾ ਅੰਤ ਹੈ। ਇਸ ਕਰਤਾ ਕਰਤਾਰ ਇੱਕ ਓੰਕਾਰ ਨਿਰਾਕਾਰ ਨਿਰੰਕਾਰ ਦੇ ਕਰਨਿਆਂ ਦਾ ਅੰਤ ਨਹੀਂ। ਨਾ ਹੀ ਇਹਦੀਆਂ ਦਾਤਾਂ ਵੰਡਣ ਦਾ ਅੰਤ ਹੈ। ਇਹ ਓੰਕਾਰ ਦਾ ਦੇਖਣਾ ਅਨੰਤ ਹੈ। ਇਸ ਦਾ ਸੁਣਨਾ ਅਨੰਤ ਹੈ। ਇਸ ਓੰਕਾਰ ਦੇ ਮਨ ਵਿੱਚ ਕੀ ਸਲਾਹ ਹੈ, ਇਸ ਦਾ ਵੀ ਅੰਤ ਨਹੀਂ ਲਿਆ ਜਾ ਸਕਦਾ। ਅੰਤ ਨਹੀਂ ਪਤਾ ਚੱਲਦਾ ਰਚੀ ਹੋਈ ਸਾਕਾਰ ਰਚਨਾ ਦਾ, ਅਤੇ ਨਾ ਹੀ ਪਾਰ ਉਰਾਰ ਦਾ ਪਤਾ ਲੱਗਦਾ ਹੈ। ਅੰਤ ਨੂੰ ਪਾਉਣ ਲਈ ਕਈ ਤਰਲੇ ਪਏ ਪਾਉਂਦੇ ਹਨ, ਪਰ ਇਸ ਦੇ ਅੰਤ ਦਾ ਪਤਾ ਨਹੀਂ ਲੱਗਦਾ। ਇਸ ਅੰਤ ਨੂੰ ਕੋਈ ਨਹੀਂ ਜਾਣਦਾ। ਜਿੰਨਾ ਬਹੁਤਾ ਕਹੀਦਾ ਹੈ ਉਨਾ ਹੀ ਬਹੁਤਾ ਕਹਿਣੇ ਯੋਗ ਹੈ ਔਰ ਅਜੇ ਹੋਰ ਹੁੰਦਾ ਹੈ। ਇਹ ਇੱਕ ਓੰਕਾਰ ਨਿਰਾਕਾਰ ਨਿਰੰਕਾਰ ਸਭ ਤੋਂ ਉੱਚਾ ਹੈ। ਉੱਚੇ ਉੱਪਰ ਉੱਚਾ ਨਾਮ ਹੈ। ਜਿੱਡਾ ਵੱਡਾ ਇਹ ਹੈ, ਇਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਇਸ ਨੂੰ ਕੋਈ ਨਹੀਂ ਜਾਣ ਸਕਦਾ ਕਿ ਕਿੱਡਾ ਕੁ ਵੱਡਾ ਹੈ। ਇਹ ਨਾਨਕ ਇਹ ਗੱਲ ਨਿਸ਼ਚਿਤ ਹੈ। ਇਹ ਗੱਲ ਨਿਸ਼ਚਿਤ ਹੈ ਕਿ ਜੋ ਕੁਝ ਮਿਲਦਾ ਹੈ ਇਹ ਸਿੱਖ ਦੀ ਦਾਤ ਹੈ ਤੇ ਦਾਤ ਇਸ ਦੀ ਕਿਰਪਾ ਦ੍ਰਿਸ਼ਟੀ ਨਾਲ ਤੇ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ। ਹੁਣ ਦੇਖੋ, ਆਪ ਜੀ ਨੂੰ ਇਹ ਸਭ ਸਮਝ ਆ ਰਿਹਾ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਇਸ ਸਿੱਖ ਦੀ ਜੋ ਸਿਫਤ ਕਰ ਰਹੇ ਨੇ, ਇਹ ਸਿੱਖ ਦੀ ਹੀ ਕਰ ਰਹੇ ਨੇ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਹੋਰ ਕੋਈ ਨਹੀਂ ਅਜਿਹੀ ਜਿਹੜੀ ਜੋ ਸਿਫਤ ਹੋ ਰਹੀ ਹੈ, ਕੋਈ ਦੂਸਰੀ ਚੀਜ਼, ਕੋਈ ਦੂਸਰੀ ਵਸਤੂ, ਕੋਈ ਦੂਸਰਾ ਰੱਬ ਜਿੱਥੇ ਮਰਜ਼ੀ ਜ਼ੋਰ ਲਗਾ ਲਓ ਕਿਤੇ ਨਹੀਂ ਲੱਭ ਸਕਦਾ। ਇਹ ਹੀ ਇੱਕ ਓੰਕਾਰ ਕਰਤਾ ਕਰਤਾਰ ਨਿਰਾਕਾਰ ਨਿਰੰਕਾਰ ਹੈ। ਇਹ ਹੀ ਅਜਨਮਾ, ਇਹ ਹੀ ਅਵਿਨਾਸੀ ਹੈ, ਇਹ ਹੀ ਸਰਵ ਵਿਆਪਕ ਹੈ। ਇਸ ਇੱਕ ਦੀ ਏਕਤਾ ਵਿੱਚ ਅਨੇਕਤਾ ਹੈ। ਦੇਖ ਲਓ, ਇਹ ਇੱਕ ਹੁੰਦਾ ਹੋਇਆ ਪੂਰੀ ਸ੍ਰਿਸ਼ਟੀ ਵਿੱਚ ਵਿਚਰਿਆ।